Good morning everyone, this is Sandeep Kaur, your social science teacher. So as we have finished our second chapter and now today we are going to start our third chapter, that is constitutional design. Okay, in our last chapter we studied about the democracy, and democracy can't be run without a constitution. Okay, what is constitution? Constitution is a set of laws according to which administration and government of a country is run. Okay, and in our third chapter we will know about the constitution of constitutional design of the Africa and India. Okay, how they made the constitution, how they compiled their constitution, and what are the features of this constitution. Okay, first of all, this overview, that is about the last chapter. Okay, and you can read it. Okay, and our first topic from this chapter is democratic constitution in South Africa. Okay, and you can see a picture of a person. The name is Nelson Mandela. Who was he? Nelson Mandela was a great person who organized the whole freedom struggle of the South Africa. Okay, and he became the president of South Africa after the independence. Okay, so let's start democratic constitution in South Africa. First of all, there is a statement which is given by ਨੈਂਸਲ ਮੰਡੇਲਾ. ਕੀ ਕਹਿੰਦੇ ਹੋ ਕਿ ਕਹਿੰਦੇ ਕਿ ਮੈਂ ਵਾਈਟ ਡੋਮੀਨੈਂਸ ਕੀ ਹੁੰਦਾ ਹੈ, ਅਗਰ ਤੁਹਾਨੂੰ ਕੋਈ ਦਬਾਉਂਦਾ ਪਿਆ ਹੈ, ਠੀਕ ਹੈ, ਕਹਿੰਦੇ ਕਿ ਮੈਂ ਵਾਈਟ ਡੋਮੀਨੈਂਸ ਦੇ ਅਗੇਂਸਟ ਵੀ ਲੜਿਆ ਹੈ ਔਰ ਬਲੈਕ ਡੋਮੀਨੈਂਸ ਦੇ ਅਗੇਂਸਟ ਵੀ, ਯਾਨੀ ਕਿ ਉਹ ਇਹ ਨਹੀਂ ਚਾਹੁੰਦੇ ਕਿ ਇੱਥੇ ਜਿਹੜਾ ਹੈ ਉਹ ਜਾਂ ਤੇ ਗੋਰਿਆਂ ਦੀ ਪ੍ਰਭੂਤਾ ਹੋਵੇ ਜਾਂ ਗੋਰਿਆਂ ਦਾ ਰਾਜ ਚੱਲਦਾ ਹੋਵੇ ਜਾਂ ਫਿਰ ਜਿਹੜੇ ਬਲੈਕ ਪੀਪਲਸ ਨੇ ਉਹਨਾਂ ਦਾ ਚੱਲਦਾ ਹੋਵੇ। ਉਹ ਦੋਨਾਂ ਵਿੱਚੋਂ ਕਿਸੇ ਦੇ ਵੀ ਜਿਹੜੇ ਡੋਮੀਨੇਸ਼ਨ ਆ ਉਹਨਾਂ ਨੂੰ ਮਤਲਬ ਪਸੰਦ ਨਹੀਂ ਕਰਦੇ, ਫੋਲੋ ਨਹੀਂ ਕਰਦੇ। ਠੀਕ ਹੈ, ਨੈਕਸਟ ਕੀ ਹੈ ਕਿ ਕਿਵੇਂ ਦੀ ਸੁਸਾਇਟੀ ਚਾਹੁੰਦੇ ਆ ਉਹ? ਇੱਕ ਡੈਮੋਕ੍ਰੈਟਿਕ ਸੁਸਾਇਟੀ, ਫ੍ਰੀ ਸੁਸਾਇਟੀ ਇਨ ਵਿਚ ਆਲ ਪਰਸਨਸ ਲਿਵ ਟੂਗੈਦਰ ਇਨ ਹਾਰਮਨੀ ਐਂਡ ਵਿਦ ਇਕੁਅਲ ਓਪਰਚੁਨਿਟੀਜ਼। ਠੀਕ ਹੈ, ਕਿਵੇਂ ਦੀ ਸੁਸਾਇਟੀ ਚਾਹੁੰਦੇ ਆ ਕਿ ਜਿੱਥੇ ਸਾਰੇ ਲੋਕ ਜਿਹੜੇ ਨੇ ਉਹ ਫ੍ਰੀਲੀ ਰਹਿਣ, ਇਕੱਠੇ ਹੋ ਕੇ ਰਹਿ ਸਕਣ ਔਰ ਇਕੱਠੇ ਹੋ ਕੇ ਰਹਿਣ ਦੇ ਨਾਲ ਹੀ ਉਹ ਮਤਲਬ ਬਿਲਕੁਲ ਸਹਿਮਤੀ ਨਾਲ ਰਹਿਣ ਇੱਕ ਦੂਜੇ ਦੇ ਨਾਲ ਔਰ ਸਭ ਦੇ ਕੋਲ ਇਕੁਅਲ ਓਪਰਚੁਨਿਟੀਜ਼ ਹੋਣ। ਠੀਕ ਹੈ, ਔਰ ਨੈਕਸਟ ਕੀ ਕਹਿੰਦੇ ਹੈਗੇ, ਕਹਿੰਦੇ ਇਵੇਂ ਦੀ ਜਿਹੜਾ ਇੱਕ ਆਈਡੀਅਲ ਸੁਸਾਇਟੀ ਬਣਾਉਣ ਦੇ ਲਈ ਜਿਹੜਾ ਹੈ ਉਹਦੇ ਲਈ ਮੈਂ ਆਪਣੇ ਜਿਉਂਦੇ ਜੀ ਜੋ ਮਤਲਬ ਕੁਝ ਵੀ ਕਰਨਾ ਪਵੇ ਉਹ ਮੈਂ ਕਰ ਸਕਦਾ ਹਾਂ ਔਰ ਇਹਦੇ ਨਾਲ ਹੀ ਅਗਰ ਮੈਨੂੰ ਉਸ ਸੁਸਾਇਟੀ ਨੂੰ ਮੇਨਟੇਨ ਕਰਨ ਦੇ ਲਈ ਜਾਂ ਬਣਾਉਣ ਦੇ ਲਈ ਇਵੇਂ ਦੀ ਆਈਡੀਅਲ ਸੁਸਾਇਟੀ ਅਗਰ ਮੈਨੂੰ ਮਰਨਾ ਵੀ ਪਵੇ ਤਾਂ ਮੈਂ ਮਰ ਵੀ ਸਕਦਾ ਹਾਂ, ਮੈਂ ਮਰਨ ਲਈ ਵੀ ਤਿਆਰ ਹਾਂ। ਠੀਕ ਹੈ, ਇਹ ਸਟੇਟਮੈਂਟ ਹੈ ਜਿਹੜੀ ਕਿ ਨੈਲਸਨ ਮੰਡੇਲਾ ਨੇ ਦਿੱਤੀ ਹੈ। ਠੀਕ ਹੈ, ਔਰ ਇਸ ਸਟੇਟਮੈਂਟ ਤੋਂ ਆਪਾਂ ਦੇਖ ਸਕਦੇ ਹਾਂ ਕਿ ਐਵੇਂ ਡੈਮੋਕ੍ਰੈਟਿਕ ਸੁਸਾਇਟੀ ਬਣਾਉਣਾ ਚਾਹੁੰਦਾ ਜਿੱਥੇ ਵਾਈਟ ਔਰ ਬਲੈਕ ਪੀਪਲਸ ਦਾ ਜਿਹੜਾ ਡਿਫਰੈਂਸ ਹੈ ਉਹਨੂੰ ਖਤਮ ਕੀਤਾ ਜਾ ਸਕੇ। ਬਟ ਇਹ ਕਿਹੜੇ ਕੰਟੈਕਸਟ ਦਿੱਤੀ ਗਈ ਬੇਟਾ? ਇਹ ਦਿੱਤੀ ਗਈ ਇਸ ਲਈ ਕਿਉਂਕਿ ਜਿਹੜਾ ਸਾਊਥ ਅਫਰੀਕਾ ਹੈਗਾ ਉੱਥੇ ਮੋਸਟਲੀ ਜਿਹੜੇ ਜਿਵੇਂ ਆਪਣੇ ਇੰਡੀਆ ਨੂੰ ਇੱਕ ਕਲੋਨੀ ਦੇ ਤੌਰ 'ਤੇ ਟਰੀਟ ਕੀਤਾ ਗਿਆ ਬ੍ਰਿਟਿਸ਼ ਵੱਲੋਂ, ਯੂਰਪੀਅਨਸ ਵੱਲੋਂ। ਠੀਕ ਹੈ, ਉਸੇ ਤਰੀਕੇ ਦੇ ਨਾਲ ਜਿਹੜਾ ਸਾਊਥ ਅਫਰੀਕਾ ਹੈਗਾ ਉੱਥੇ ਵੀ ਬਿਲਕੁਲ ਆਪਣੇ ਤਰ੍ਹਾਂ ਹੀ, ਆਪਣੇ ਇੰਡੀਆ ਦੀ ਤਰ੍ਹਾਂ ਹੀ ਸਾਊਥ ਅਫਰੀਕਾ ਦੇ ਵਿੱਚ ਵੀ ਜਿਹੜਾ ਹੈਗਾ ਉਹ ਜਿਹੜੇ ਯੂਰਪੀਅਨ ਵਾਈਟ ਪੀਪਲ ਸੀਗੇ ਉਹਨਾਂ ਨੇ ਆਪਣਾ ਸਾਊਥ ਅਫਰੀਕਾ ਨੂੰ ਆਪਣੀ ਕਲੋਨੀ ਬਣਾਇਆ ਹੈਗਾ। ਔਰ ਕਲੋਨੀ ਦੇ ਤੌਰ 'ਤੇ ਕੀ ਹੈਗਾ ਕਿ ਬੇਟਾ ਜਿਵੇਂ ਆਪਣੇ ਇੰਡੀਆ ਨੂੰ ਇੰਡੀਪੈਂਡੈਂਸ ਤੋਂ ਬਾਅਦ ਜਿਹੜੇ ਗੋਰੇ ਲੋਕ ਸੀਗੇ, ਜਿਹੜੇ ਅੰਗਰੇਜ਼ ਸੀਗੇ, ਉਹ ਛੱਡ ਕੇ ਚਲੇ ਗਏ, ਲੇਕਿਨ ਸਾਊਥ ਅਫਰੀਕਾ ਵਿੱਚ ਐਵੇਂ ਨਹੀਂ ਹੋਇਆ। ਸਾਊਥ ਅਫਰੀਕਾ ਵਿੱਚ ਕੀ ਹੋਇਆ ਕਿ ਜਿਹੜੇ ਗੋਰੇ ਲੋਕ ਸੀਗੇ, ਜਿਹੜੇ ਯੂਰਪੀਅਨ ਸੀਗੇ, ਉਹ ਪਰਮਾਨੈਂਟਲੀ ਜਿਹੜੇ ਸੀਗੇ ਉਹ ਉੱਥੋਂ ਦੇ ਰੈਜ਼ੀਡੈਂਟ ਬਣ ਗਏ ਔਰ ਪਰਮਾਨੈਂਟਲੀ ਉਹ ਸਾਊਥ ਅਫਰੀਕਾ ਵਿੱਚ ਰਹਿਣ ਲੱਗੇ। ਠੀਕ ਹੈ, ਪਰਮਾਨੈਂਟਲੀ ਜਦੋਂ ਸਾਊਥ ਅਫਰੀਕਾ ਵਿੱਚ ਰਹਿਣ ਲੱਗੇ ਤਾਂ ਉਹਨਾਂ ਨੇ ਇੱਕ ਪਾਲਿਸੀ ਨੂੰ ਅਡਾਪਟ ਕੀਤਾ, ਦੈਟ ਇਜ਼ ਅਪਾਰਥਾਈਡ। ਠੀਕ ਹੈ, ਅਪਾਰਥਾਈਡ ਕੀ ਹੈ ਬੇਟਾ? ਇਹ ਉਹ ਵਾਲੀ ਪਾਲਿਸੀ ਸੀਗੀ ਜਿਹੜੀ ਕਿ ਡਿਫਰੈਂਸ਼ੀਏਟ ਕਰਦੀ ਸੀਗੀ ਬਲੈਕ ਪੀਪਲਸ ਨੂੰ ਔਰ ਵਾਈਟ ਪੀਪਲਸ ਨੂੰ। ਠੀਕ ਹੈ, ਇੱਕ ਦੂਜੇ ਨਾਲੋਂ, ਔਰ ਇਸੇ ਡਿਫਰੈਂਸ਼ੀਏਟ ਕਰਨ ਦੇ ਬੇਸਿਸ ਦੇ ਉੱਤੇ ਹੀ ਉਹਨਾਂ ਦੇ ਲਈ ਹਰ ਥਾਂ 'ਤੇ ਮਤਲਬ ਡਿਫਰੈਂਟ ਪੋਲਿਸੀਜ਼ ਬਣਾਈਆਂ ਗਈਆਂ। ਜਿਹੜੇ ਵਾਈਟ ਪੀਪਲਸ ਸੀਗੇ ਉਹਨਾਂ ਲਈ ਪੋਲਿਸੀਜ਼ ਅਲੱਗ ਹੈਗੀਆਂ, ਜਿਹੜੇ ਬਲੈਕ ਪੀਪਲ ਸੀਗੇ ਉਹਨਾਂ ਦੀ ਪੋਲਿਸੀਜ਼ ਟੋਟਲੀ ਡਿਫਰੈਂਟ ਹੈਗੀਆਂ। ਆਪਾਂ ਅੱਗੇ ਦੇਖਦੇ ਹਾਂ। ਠੀਕ ਹੈ,
ਸੋ ਫਸਟ ਆਫ ਆਲ ਸਟਾਰਟਿੰਗ ਵਿੱਚ ਉਹਨਾਂ ਨੇ ਕੀ ਦਿੱਤਾ ਹੈ ਕਿ ਸਟੇਟਮੈਂਟ ਦੇ ਨਾਲ ਦਿੱਤਾ ਹੈ ਕਿ ਨੈਲਸਨ ਮੰਡੇਲਾ ਕੌਣ ਸੀਗੇ ਜਿਨ੍ਹਾਂ ਨੂੰ ਟ੍ਰੇਜ਼ਨ ਕੀ ਹੁੰਦਾ ਦੇਸ਼ ਧਰੋਹ, ਠੀਕ ਹੈ। ਦੇਸ਼ ਧਰੋਹ ਜਦੋਂ ਉਹਨਾਂ ਨੇ ਇਵੇਂ ਦੀ ਪਾਲਿਸੀ ਜਿਹੜੀ ਸੀਗੀ ਯੂਰਪੀਅਨ ਗਵਰਨਮੈਂਟ ਦੀ, ਉਹਨਾਂ ਦੇ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਨੂੰ ਦੇਸ਼ ਧਰੋਹ ਦਾ ਉਹਨਾਂ ਦੇ ਉੱਤੇ ਦੋਸ਼ ਲਾਇਆ ਗਿਆ ਔਰ ਉਹਨਾਂ ਨੂੰ ਸਾਰੀ ਜ਼ਿੰਦਗੀ ਦੇ ਲਈ ਜਿਹੜਾ ਹੈ ਉਹ ਸਜ਼ਾ ਦਿੱਤੀ ਗਈ, ਸਾਰੀ ਉਮਰ ਭਰ ਦੇ ਲਈ ਜਿਹੜੀ ਉਹ ਜੇਲ੍ਹ ਦੀ ਸਜ਼ਾ ਜਿਹੜੀ ਉਹ ਦਿੱਤੀ ਗਈ। 1964 ਵਿੱਚ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ, ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਉਹਨਾਂ ਦੇ ਸਾਥੀ ਸੀਗੇ, ਠੀਕ ਹੈ। ਔਰ ਨੈਕਸਟ 28 ਈਅਰਸ ਯਾਨੀ ਕਿ 28 ਸਾਲ ਅਗਲੇ ਜਿਹੜੇ ਸੀਗੇ ਉਹ ਲਗਾਤਾਰ ਕੰਟੀਨਿਊਸਲੀ ਉਹ ਕਿੱਥੇ ਰਹੇ, ਜੇਲ੍ਹ ਵਿੱਚ ਹੀ ਉਹਨਾਂ ਦੇ ਬੀਤੇ। ਔਰ ਉਸ ਤੋਂ ਬਾਅਦ ਵਿੱਚ ਕਿੱਥੇ ਸੀਗੀ ਇਹ ਜੇਲ੍ਹ, ਰੋਬਨ ਆਈਲੈਂਡ ਵਿੱਚ, ਠੀਕ ਹੈ। ਔਰ ਇਸ ਜੇਲ੍ਹ ਦੇ ਵਿੱਚ ਬਾਅਦ ਵਿੱਚ ਉਸ ਟਾਈਮ ਤੇ ਬਾਹਰ ਆਉਂਦੇ ਆ ਜਦੋਂ 92 ਦੇ ਵਿੱਚ ਇਹਨੂੰ ਆਲਮੋਸਟ ਜਿਹੜਾ ਇਹ ਅਪਾਰਥਾਈਡ ਦੀ ਪਾਲਿਸੀ ਆ ਉਹ ਖਤਮ ਹੋ ਜਾਂਦੀ ਹੈ ਔਰ ਨੈਲਸਨ ਮੰਡੇਲਾ ਜਿਹੜੇ ਆ ਉਹ ਪ੍ਰੈਜ਼ੀਡੈਂਟ ਬਣਦੇ ਆ, ਠੀਕ ਹੈ। ਔਰ ਸਟਰਗਲ ਅਗੇਂਸਟ ਅਪਾਰਥਾਈਡ, ਸਟਰਗਲ ਕਿਵੇਂ ਕੀਤੀ ਜਾਂਦੀ ਹੈ, ਠੀਕ ਹੈ। ਹੁਣ ਦੇਖੋ ਫਸਟ ਆਫ ਆਲ ਉਹਨਾਂ ਨੇ ਕੀ ਦਿੱਤਾ ਹੈ ਕਿ ਅਪਾਰਥਾਈਡ ਵਾਜ਼ ਦਾ ਸਿਸਟਮ ਵਾਜ਼ ਦਾ ਨੇਮ ਆਫ ਅ ਸਿਸਟਮ ਆਫ ਰੇਸ਼ੀਅਲ ਡਿਸਕ੍ਰਿਮੀਨੇਸ਼ਨ, ਠੀਕ ਹੈ। ਰੇਸ਼ੀਅਲ ਮਤਲਬ ਇਹ ਪਾਲਿਸੀ ਸੀਗੀ ਇੱਕ ਅਪਾਰਥਾਈਡ ਇੱਕ ਪਾਲਿਸੀ ਸੀਗੀ ਬਟ ਇਹ ਕਾਹਦੇ ਤੇ ਬੇਸਡ ਹੈਗੀ, ਰੇਸ਼ੀਅਲ ਡਿਸਕ੍ਰਿਮੀਨੇਸ਼ਨ ਤੇ, ਯਾਨੀ ਕਿ ਜਿਹੜੀ ਨਸਲ ਹੁੰਦੀ ਹੈਗੀ ਬਲੈਕ ਪੀਪਲਸ ਦੀ ਅਲੱਗ ਹੈ, ਕਰੀਡ ਹੈ, ਠੀਕ ਹੈ, ਜਿਹੜੀ ਵਾਈਟ ਪੀਪਲਸ ਨੂੰ ਉਹਨਾਂ ਦੀ ਰੇਸ ਅਲੱਗ ਹੈ। ਸੋ ਰੇਸ ਬੇਸਡ ਜਿਹੜਾ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਹੈ ਉਸ ਪਾਲਿਸੀ ਨੂੰ ਕੀ ਕਿਹਾ ਜਾਂਦਾ ਹੈ, ਅਪਾਰਥਾਈਡ, ਠੀਕ ਹੈ। ਮੋਸਟਲੀ ਜਿਹੜੇ ਵਾਈਟ ਪੀਪਲ ਸੀਗੇ ਉਹਨਾਂ ਨੇ ਸਾਡੀ ਜਿਹੜੀ ਡੋਮੀਨੈਂਸ ਸੀਗਾ ਉਹ ਕਿਹਨਾਂ ਦੇ ਹੱਥ ਸੀਗਾ, ਵਾਈਟ ਪੀਪਲਸ ਦੇ ਹੱਥ ਵਿੱਚ ਸੀਗਾ, ਠੀਕ ਹੈ। ਸੋ ਸਾਰੇ ਮੋਸਟਲੀ ਜਿਹੜੇ ਸੋਰਸਸ ਸੀਗੇ ਉਹਨਾਂ ਦੇ ਕੋਲ ਸੀਗੇ, ਠੀਕ ਹੈ। ਔਰ ਭਾਰਤ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹ ਆਏ, ਅੰਗਰੇਜ਼ ਆਏ ਲੇਕਿਨ ਆਪਣੀ ਇੰਡੀਪੈਂਡੈਂਸ ਤੋਂ ਬਾਅਦ ਉਹ ਵਾਪਸ ਚਲੇ ਗਏ। ਲੇਕਿਨ ਸਾਊਥ ਅਫਰੀਕਾ ਵਿੱਚ ਕੀ ਹੁੰਦਾ ਹੈ, ਉਹ ਪਰਮਾਨੈਂਟਲੀ ਉੱਥੇ ਸੈਟਲ ਹੋ ਜਾਂਦੇ ਆ ਔਰ ਪਰਮਾਨੈਂਟਲੀ ਜਿਹੜਾ ਹੈ ਉਹ ਸਾਊਥ ਅਫਰੀਕਾ ਨੂੰ ਜਿਹੜਾ ਡੋਮੀਨੇਟ ਕਰਨਾ ਸ਼ੁਰੂ ਕਰ ਦਿੰਦੇ ਆ, ਰੂਲ ਕਰਨਾ ਸ਼ੁਰੂ ਕਰ ਦਿੰਦੇ ਆ, ਠੀਕ ਹੈ। ਔਰ ਇੱਥੇ ਤਿੰਨ ਤਰ੍ਹਾਂ ਦੇ ਲੋਕ ਜਿਹੜੇ ਮੇਨਲੀ ਸਾਊਥ ਅਫਰੀਕਾ ਵਿੱਚ ਤਿੰਨ ਤਰ੍ਹਾਂ ਦੀਆਂ ਕੈਟਾਗਰੀਜ਼ ਬਣਾ ਦਿੱਤੇ ਜਾਂਦੇ ਆ। ਇੱਕ ਵਾਈਟ ਪੀਪਲਸ ਰੂਲਿੰਗ ਕਲਾਸ ਹੁੰਦੀ ਜਿਹੜੀ, ਸੈਕਿੰਡ ਹੁੰਦੇ ਜਿਹੜੇ ਕਿ ਬਲੈਕ ਪੀਪਲਸ ਹੁੰਦੇ ਜਿਹਨਾਂ ਨੂੰ ਬੜੀ ਬੁਰੀ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ, ਜਿਹੜੇ ਕਿ ਨੇਟਿਵ ਸੀਗੇ ਯਾਨੀ ਕਿ ਜਿਹੜੇ ਅਸਲੀ ਸਾਊਥ ਅਫਰੀਕਾ ਦੇ ਰਹਿਣ ਵਾਲੇ ਲੋਕ ਸੀਗੇ ਉਹ ਬਲੈਕ ਪੀਪਲ ਸੀਗੇ। ਇਹਦੇ ਨਾਲ ਹੀ ਹੋਰ ਕਈ ਕੈਟਾਗਰੀਜ਼ ਦੇ ਲੋਕ ਉੱਥੇ ਹੁੰਦੇ ਜਿਹਨਾਂ ਨੂੰ ਕਲਰਡ ਕਿਹਾ ਜਾਂਦਾ ਹੈ, ਜਿਹੜੇ ਕਿ ਹੋਰ ਦੂਜੇ ਨੇਸ਼ਨਸ ਤੋਂ ਆਏ ਹੁੰਦੇ, ਜਿਹੜੇ ਪੂਰੀ ਤਰ੍ਹਾਂ ਬਲੈਕ ਨਹੀਂ ਹੁੰਦੇ, ਜਿਹਨਾਂ ਦੇ ਕਲਰ ਦਾ ਥੋੜਾ ਜ਼ਿਆਦਾ ਵਾਈਟ ਵੀ ਨਹੀਂ ਹੁੰਦੇ ਔਰ ਬਲੈਕ ਵੀ ਨਹੀਂ ਹੁੰਦੇ, ਜਿਹੜੇ ਮੀਡੀਓਕਰ ਹੁੰਦੇ ਜਿਵੇਂ ਇੰਡੀਅਨਸ ਨੇ, ਠੀਕ ਹੈ, ਉਹਨਾਂ ਨੂੰ ਕੀ ਕਹਿ ਦਿੱਤਾ ਜਾਂਦਾ ਸੀਗਾ, ਕਲਰਡ, ਠੀਕ ਹੈ। ਸੋ ਇੱਦਾਂ ਬਹੁਤ ਸਾਰੇ ਲੋਕ ਸੀਗੇ ਜਿਹੜੇ ਮਤਲਬ ਡਿਫਰੈਂਟ ਕੰਟਰੀਜ਼ ਤੋਂ ਆਏ ਸੀਗੇ, ਉਹਨਾਂ ਨੂੰ ਕਲਰਡ ਕਹਿ ਦਿੰਦੇ ਸੀਗੇ। ਔਰ ਇਸ ਤਰੀਕੇ ਦੇ ਨਾਲ ਤਿੰਨ ਤਰ੍ਹਾਂ ਦੀਆਂ ਕੈਟਾਗਰੀਜ਼ ਜਿਹੜੀਆਂ ਹੈਗੀਆਂ ਉਸ ਟਾਈਮ ਤੇ ਸਾਊਥ ਅਫਰੀਕਾ ਵਿੱਚ ਆਲਮੋਸਟ ਬੜੀਆਂ ਹੋਈਆਂ ਹੈਗੀਆਂ, ਵਾਈਟ ਪੀਪਲ, ਬਲੈਕ ਪੀਪਲ ਐਂਡ ਕਲਰਡ ਪੀਪਲ, ਠੀਕ ਹੈ। ਸੋ ਜਿਹੜੇ ਵਾਈਟ ਸੀਗੇ ਉਹ ਦੂਜਿਆਂ ਨੂੰ ਕੀ ਮੰਨਦੇ ਹੈਗੇ, ਬਲੈਕ ਪੀਪਲ ਜਿਹੜੇ ਹੈਗੇ ਉਹਨਾਂ ਨੂੰ ਸਭ ਤੋਂ ਇਨਫੀਰੀਅਰ ਮੰਨਿਆ ਜਾਂਦਾ ਹੈਗਾ, ਠੀਕ ਹੈ। ਔਰ ਜਿਹੜੇ ਨੌਨ ਵਾਈਟ ਸੀਗੇ ਯਾਨੀ ਕਿ ਜਿਹੜੇ ਗੋਰੇ ਲੋਕ ਨਹੀਂ ਸੀਗੇ ਉਹਨਾਂ ਵਿੱਚੋਂ ਕਿਸੇ ਨੂੰ ਵੀ ਜ਼ਿਆਦਾਤਰ ਰਾਈਟ ਟੂ ਵੋਟ ਨਹੀਂ ਸੀਗਾ ਮਿਲਿਆ ਹੋਇਆ, ਠੀਕ ਹੈ। ਇਹਦੇ ਨਾਲ ਹੀ ਬੱਚੇ ਕੀ ਨੈਕਸਟ ਕੀ ਦੱਸਦੇ ਆ ਕਿ ਜਿਹੜਾ ਅਪਾਰਥਾਈਡ ਸਿਸਟਮ ਆ ਉਹ ਓਪਰੈਸਿਵ ਸੀਗਾ ਯਾਨੀ ਕਿ ਬਹੁਤ ਜ਼ਿਆਦਾ ਦਮਨਕਾਰੀ ਸੀਗਾ, ਠੀਕ ਹੈ। ਔਰ ਜਿਹੜੇ ਮਤਲਬ ਬਲੈਕ ਪੀਪਲ ਸੀਗੇ ਉਹ ਜਿਹੜੇ ਵਾਈਟ ਪੀਪਲਸ ਦਾ ਜਿਹੜੇ ਏਰੀਆ ਹੈਗਾ ਜਿੱਥੇ ਗੋਰੇ ਲੋਕ ਰਹਿੰਦੇ ਹੁੰਦੇ ਸੀਗੇ ਉਹਨਾਂ ਏਰੀਆਜ਼ ਵਿੱਚ ਐਂਟਰ ਵੀ ਨਹੀਂ ਕਰ ਸਕਦੇ ਤੇ ਦਾਖਲ ਵੀ ਨਹੀਂ ਹੋ ਸਕਦੇ, ਉਹ ਫਿਰ ਹੀ ਉੱਥੇ ਜਾ ਸਕਦੇ ਸੀ ਅਗਰ ਉਹ ਉੱਥੇ ਕੰਮ ਕਰਦੇ ਆ ਔਰ ਉੱਥੇ ਕੰਮ ਕਰਨ ਦੇ ਲਈ ਅਗਰ ਉਹਨਾਂ ਨੂੰ ਪਰਮਿਟ ਮਿਲਿਆ ਆ, ਪਾਸ ਮਿਲਿਆ ਆ, ਅਦਰਵਾਈਜ਼ ਉਹਨਾਂ ਦੀ ਐਂਟਰੀ ਵੀ ਬੈਨ ਸੀਗੀ ਕਿ ਉਹ ਵਾਈਟ ਪੀਪਲਸ ਦੇ ਏਰੀਆ ਵਿੱਚ ਐਂਟਰ ਵੀ ਨਹੀਂ ਕਰ ਸਕਦੇ, ਠੀਕ ਹੈ। ਇਹਦੇ ਨਾਲ ਹੀ ਬੇਟਾ ਦੇਖੋ ਕਿ ਜਿਹੜੀਆਂ ਉਹਨਾਂ ਨੇ ਦਿੱਤਾ ਹੋਇਆ ਕਿ ਟ੍ਰੇਨਸ, ਬੱਸਿਸ, ਟੈਕਸੀਜ਼, ਹੋਟਲਸ, ਹਸਪੀਟਲਸ, ਸਕੂਲ, ਕਾਲਜਸ, ਲਾइब्रेरी, सिनेमा हॉल्स, ठीक है, थिएटर्स, बीचेस, स्विमिंग पूल्स एंड नैक्सट इज पब्लिक टॉयलेट्स, सब कुछ की हीगा डिफरेंट हीगा यानी कि सैपरेट हीगा। वाइट पीपल्स के लिए सैपरेट ही अलग तो सीगा और ਜਿਹੜੇ ਬਲੈਕ ਪੀਪਲ ਸੀਗੇ ਉਹਨਾਂ ਦੇ ਲਈ ਸਭ ਅਲੱਗ ਤੋਂ ਹੀਗਾ। ਇਹਨੂੰ ਕੀ ਕਹਿੰਦੇ ਸੈਗਰੀਗੇਸ਼ਨ। ਸੈਗਰੀਗੇਸ਼ਨ ਕਰਨਾ ਕੀ ਹੁੰਦਾ, ਡਿਫਰੈਂਸ਼ੀਏਟ ਕਰਨਾ, ਯਾਨੀ ਕਿ ਜਿਹੜੇ ਵਾਈਟ ਪੀਪਲਸ ਨੇ ਉਹਨਾਂ ਦੇ ਲਈ ਸਭ ਕੁਝ ਅਲੱਗ ਹੈ ਔਰ ਜਿਹੜੇ ਬਲੈਕ ਨੇ ਉਹਨਾਂ ਲਈ ਅਲੱਗ ਹੈ, ਠੀਕ ਹੈ। ਜਿਹੜੇ ਵਾਈਟ ਪੀਪਲਸ ਨੇ ਉਹ ਜਾ ਕੇ ਮਤਲਬ ਉਹ ਤਾਂ ਆਪਣੇ ਆਪ ਹੀ ਨਹੀਂ ਜਾਣਗੇ ਬਲੈਕ ਪੀਪਲਸ ਦੇ ਏਰੀਆ ਵਿੱਚ, ਲੇਕਿਨ ਜਿਹੜੇ ਬਲੈਕ ਪੀਪਲਸ ਨੇ ਉਹ ਵੀ ਜਾ ਕੇ ਵਾਈਟ ਪੀਪਲਸ ਦੇ ਏਰੀਆ ਵਿੱਚ ਐਂਟਰ ਨਹੀਂ ਕਰ ਸਕਦੇ, ਠੀਕ ਹੈ। ਔਰ ਇਹਦੇ ਨਾਲ ਜਿਹੜੇ ਬਲੈਕ ਪੀਪਲ ਸੀਗੇ ਉਹਨਾਂ ਨੂੰ ਇਹ ਵੀ ਕੋਈ ਵੀ ਰਾਈਟ ਨਹੀਂ ਹੈਗਾ ਕਿ ਉਹ ਕੋਈ ਆਪਣੀ ਐਸੋਸੀਏਸ਼ਨ ਬਣਾ ਸਕਣ, ਕੋਈ ਆਪਣੀ ਯੂਨਿਟੀ ਬਣਾਉਣ ਔਰ ਉਹ ਪ੍ਰੋਟੈਸਟ ਕਰ ਸਕਣ ਇਸ ਜਿਹੜੀ ਇਹ
ਡਿਫਰੈਂਸ਼ੀਏਟ ਕਰਨ ਵਾਲੀ ਸੈਗਰੀਗੇਸ਼ਨ ਦੀ ਪਾਲਿਸੀ ਹੈਗੀ ਅਪਾਰਥਾਈਡ ਦੀ ਪਾਲਿਸੀ ਨੂੰ ਉਹ ਇਹਦਾ ਵਿਰੋਧ ਵੀ ਨਹੀਂ ਹੀ ਕਰ ਸਕਦੇ ਕਿਉਂਕਿ ਉਹਨਾਂ ਨੂੰ ਕੋਈ ਵੀ ਯੂਨੀਅਨ ਬਣਾਉਣ ਦੀ ਐਸੋਸੀਏਸ਼ਨ ਬਣਾਉਣ ਦੀ ਕਿਸੇ ਵੀ ਤਰੀਕੇ ਦਾ ਕੋਈ ਵੀ ਉਹਨਾਂ ਨੂੰ ਅਲਾਓ ਨਹੀਂ ਕੀਤਾ ਗਿਆ ਠੀਕ ਹੈ। ਨੈਕਸਟ ਕੀ ਹੈ ਬੇਟਾ ਕਿ ਜਿਹੜੇ ਉਹਨਾਂ ਦੇ ਵਰਸ਼ਿਪ ਦੇ ਜਿਹੜੇ ਪਲੇਸਿਸ ਹੁੰਦੇ ਸੀ ਜਿਹੜੇ ਚਰਚ ਹੁੰਦੇ ਮੋਸਟਲੀ ਕ੍ਰਿਸਚੀਅਨ ਲੋਕ ਰਹਿੰਦੇ ਉੱਥੇ ਸੋ ਉਹ ਵੀ ਕੀ ਸੀਗੇ ਦੋਨਾਂ ਦੇ ਡਿਫਰੈਂਟ। 1950s ਤੋਂ ਕੀ ਹੁੰਦਾ ਹੈ ਕਿ ਇਹ ਜਿਹੜੀ ਅਪਾਰਥਾਈਡ ਦੀ ਪਾਲਿਸੀ ਹੈ ਵਾਈਟ ਪੀਪਲਸ ਦੀ ਇਹਨੂੰ ਅਪੋਜ਼ ਕੀਤਾ ਜਾਣ ਲੱਗਦਾ ਹੈ ਇਹਦਾ ਵਿਰੋਧ ਕੀਤਾ ਜਾਣ ਲੱਗਦਾ ਹੈ ਠੀਕ ਹੈ। ਔਰ ਇਹਦੇ ਵਿਰੋਧ ਜਿਹਦੇ ਵਿੱਚ ਜਿਹੜੀ ਇੱਕ ਆਰਗੇਨਾਈਜੇਸ਼ਨ ਨਿਕਲ ਕੇ ਆਉਂਦੀ ਹੈ ਮੇਨਲੀ ਦੈਟ ਇਜ਼ ਅਫਰੀਕਨ ਨੈਸ਼ਨਲ ਕਾਂਗਰਸ। ਜਿਵੇਂ ਆਪਣੇ ਇੰਡੀਆ ਵਿੱਚ ਵੀ ਇੱਥੇ ਇੰਡੀਅਨ ਨੈਸ਼ਨਲ ਕਾਂਗਰਸ ਸੀਗੀ ਜਿਹਨੂੰ ਲੀਡ ਕੀਤਾ ਮਹਾਤਮਾ ਗਾਂਧੀ ਪੰਡਿਤ ਜਵਾਹਰ ਲਾਲ ਨਹਿਰੂ ਹੋਰ ਬਹੁਤ ਸਾਰੇ ਲੀਡਰ ਸੀਗੇ। ਇਸੇ ਤਰ੍ਹਾਂ ਦੀ ਇੱਕ ਐਸੋਸੀਏਸ਼ਨ ਉੱਥੇ ਬਣਦੀ ਹੈ ਔਰ ਸਾਹਮਣੇ ਆਉਂਦੀ ਹੈ ਇਸ ਸਟਰਗਲ ਨੂੰ ਲੀਡ ਕਰਨ ਦੇ ਲਈ ਦੈਟ ਇਜ਼ ਅਫਰੀਕਨ ਨੈਸ਼ਨਲ ਕਾਂਗਰਸ ਠੀਕ ਹੈ। ਔਰ ਬਹੁਤ ਸਾਰੇ ਦੂਜੇ ਛੋਟੇ ਮੋਟੇ ਜਿਹੜੇ ਯੂਨੀਅਨਸ ਹੁੰਦੀਆਂ ਨੇ ਉਹਦੇ ਵਿੱਚ ਉਹ ਮਤਲਬ ਉਹਦੇ ਨਾਲ ਇਕੱਠਾ ਹੋ ਜਾਂਦੀਆਂ ਨੇ ਕਮਿਊਨਿਸਟ ਪਾਰਟੀਜ਼ ਵਰਕਰਸ ਯੂਨੀਅਨਸ ਸਾਰੇ ਇਕੱਠਾ ਹੋ ਕੇ ਇੱਕ ਆਪਣੀ ਜਿਹੜੀ ਆ ਉਸ ਆਰਗੇਨਾਈਜੇਸ਼ਨ ਬਣਾ ਲੈਂਦੇ ਆ ਤਾਂ ਕਿ ਉਹ ਅਪੋਜ਼ ਕਰ ਸਕਣ ਅਪਾਰਥਾਈਡ ਨੂੰ ਠੀਕ ਹੈ। ਔਰ ਇਹ ਜਿਹੜੀ ਆਰਗੇਨਾਈਜੇਸ਼ਨ ਸੀਗੀ ਅਫਰੀਕਨ ਨੈਸ਼ਨਲ ਕਾਂਗਰਸ ਕਾਫੀ ਇਹਨੇ ਪ੍ਰੋਮੀਨੈਂਟ ਰੋਲ ਪਲੇ ਕੀਤਾ ਕਿ ਜਿਹੜਾ ਦੇਸ਼ ਸੀਗਾ ਉਹਦੇ ਵਿੱਚ ਜਿਹੜੀ ਅਪਾਰਥਾਈਡ ਦੀ ਪਾਲਿਸੀ ਉਹਦਾ ਵਿਰੋਧ ਕੀਤਾ ਗਿਆ। ਔਰ ਹੌਲੀ ਹੌਲੀ ਜਿਹੜੇ ਵਰਲਡ ਦੇ ਬਾਕੀ ਦੇਸ਼ ਸੀਗੇ ਉਹਨਾਂ ਨੇ ਵੀ ਡਿਕਲੇਅਰ ਕਰ ਦਿੱਤਾ ਕਿ ਜਿਹੜੀ ਇਹ ਗਵਰਨਮੈਂਟ ਦੀ ਪਾਲਿਸੀ ਹੈ ਅਪਾਰਥਾਈਡ ਦੀ ਇਹ ਕੀ ਹੈ ਅਨਜਸਟ ਹੈ ਯਾਨੀ ਕਿ ਨਿਆਂ ਤੇ ਆਧਾਰਿਤ ਨਹੀਂ ਹੈ ਔਰ ਬਿਲਕੁਲ ਰੇਸਿਜ਼ਮ ਨੂੰ ਪ੍ਰਮੋਟ ਕਰਦੀ ਹੈ। ਸੋ ਹੌਲੀ ਹੌਲੀ ਮਤਲਬ ਇਹਦਾ ਵਿਰੋਧ ਵਧਣ ਲੱਗਾ ਬਹੁਤ ਸਾਰੇ ਲੋਕਾਂ ਨੂੰ ਟੌਰਚਰ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਗਿਆ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਠੀਕ ਹੈ। ਹੌਲੀ ਹੌਲੀ ਜਿਹੜਾ ਹੈਗਾ ਇਹ ਜਿਹੜਾ ਵਿਰੋਧ ਇਹਦਾ ਜਿਹੜਾ ਹੈਗਾ ਉਹ ਕੰਟੀਨਿਊਸਲੀ ਲਗਾਤਾਰ ਵੱਧਦਾ ਗਿਆ ਠੀਕ ਹੈ। ਇਹ ਆਪਣਾ ਇੱਕ ਟੌਪਿਕ ਆਪਾਂ ਅੱਜ ਫਿਨਿਸ਼ ਕਰਦੇ ਹਾਂ। ਨੈਕਸਟ ਵੀਡੀਓ ਵਿੱਚ ਆਪਾਂ ਸੈਕਿੰਡ ਟੌਪਿਕ ਜਿਹੜਾ ਹੈ ਉਹਨੂੰ ਕੋਸ਼ਿਸ਼ ਕਰਾਂਗੇ ਕਿ ਆਪਾਂ ਅੱਗੇ ਲੈ ਕੇ ਚੱਲ ਸਕੀਏ ਠੀਕ ਹੈ। ਥੈਂਕ ਯੂ।